ਜਦ ਜੁੜਨ ਲੋਕਾਂ ਨਾਲ ਲੋਕ ਵੋਟਾਂ ਨਾਲ ਵੋਟ ਬਣੇ ਤਦ ਲੋਕਤੰਤਰ ਦਾ ਸਿਸਟਮ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਵਾਂ ਕਨੈਕਸ਼ਨ ਮਤਦਾਤਾ ਜੰਕਸ਼ਨ hashtag ਮਤਦਾਤਾ ਜੰਕਸ਼ਨ ਮਤਦਾਤਾ ਜੰਕਸ਼ਨ hashtag ਮਤਦਾਤਾ ਜੰਕਸ਼ਨ ਹੈਲੋ ਭਾਰਤੀ ਹਾਊ ਆਰ ਯੂ ਬਈ ਭਾਰਤ ਕੀ ਗੱਲ ਅੱਜ ਨਮਸਕਾਰ ਕਹਿਣਾ ਹੀ ਭੁੱਲ ਗਏ। ਮੈਂ ਕੀ ਕਰਦਾ ਜਿਵੇਂ ਤੁਸੀਂ ਇਹ ਸਟੂਡੀਓ ਸਜਾ ਕੇ ਰੱਖਿਆ ਹੈ ਉਹਦੇ ਹਿਸਾਬ ਨਾਲ ਤਾਂ ਹੈਲੋ ਕਹਿਣਾ ਹੀ ਬਣਦਾ ਹੈ। ਐਦਾਂ ਕਿਉਂ ਕਿਹਾ? ਓਹੋ ਹੁਣ ਦੇਖੋ ਨਾ ਬਈ ਤੁਸੀਂ ਪੂਰੇ ਸਟੂਡੀਓ ਨੂੰ ਕਿੰਨੇ ਸਾਰੇ ਦੇਸ਼ਾਂ ਦੇ ਝੰਡਿਆਂ ਨਾਲ ਸਜਾਇਆ ਪਿਆ ਹੈ। ਅੱਛਾ ਤੇ ਇਹ ਗੱਲ ਹੈ ਭਾਰਤ ਐਸਾ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਅੱਜ ਅਸੀਂ ਮਤਦਾਤਾ ਜੰਕਸ਼ਨ 'ਚ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਭਾਰਤ ਨੇ ਆਪਣੇ ਲੋਕਤਾਂਤਰਿਕ ਬਾਬਾ ਬੋਰਡ ਦੀ ਸੰਘਣੀ ਛਾਂ 'ਚ ਕਈ ਦੇਸ਼ਾਂ ਨੂੰ ਸਿਖਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਜਨਤੰਤਰ ਨੂੰ ਸਥਾਪਿਤ ਕੀਤਾ ਜਾਂਦਾ ਹੈ ਇੱਕ ਨਿਰਪੱਖ ਮਤਦਾਨ ਦੀ ਪ੍ਰਕਿਰਿਆ ਦੇ ਜ਼ਰੀਏ। ਬਿਲਕੁਲ ਭਾਰਤੀ ਜਦੋਂ ਭਾਰਤ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸੱਚੀ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਹਾਲੇ ਕੁਝ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਐਵੇਂ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਦੇਖ ਰਿਹਾ ਸੀ ਉੱਥੇ ਮੇਰੀ ਨਜ਼ਰ ਪਈ ਲੀਪ ਆਫ ਫੇਥ ਕਿਤਾਬ ਦੇ ਡਿਜੀਟਲ ਸੰਸਕਰਣ ਤੇ। ਅੱਛਾ ਤਾਂ ਫਿਰ ਤੁਸੀਂ ਪੜ੍ਹੀ ਹੋ ਲੀਪ ਆਫ ਫੇਥ ਕਿਤਾਬ? ਯਕੀਨ ਮੰਨੋ ਜਦੋਂ ਮੈਂ ਉਹਨੂੰ ਪੜ੍ਹਨਾ ਤੇ ਦੇਖਣਾ ਸ਼ੁਰੂ ਕੀਤਾ ਤਾਂ ਮੈਂ ਤਾਂ ਹੈਰਾਨ ਹੀ ਰਹਿ ਗਿਆ। ਬਈ ਐਸਾ ਕੀ ਦੇਖ ਲਿਆ ਕਿ ਹੈਰਾਨ ਰਹਿ ਗਏ? ਇਹ ਦੇਖ ਕੇ ਕਿ ਜਦੋਂ ਅਸੀਂ ਆਪਣੇ ਆਜ਼ਾਦ ਭਾਰਤ ਦਾ ਅਹਿਮ ਤਿਉਹਾਰ ਮਤਦਾਨ ਦੀਆਂ ਤਿਆਰੀਆਂ ਕਰ ਰਹੇ ਸੀ ਤਾਂ ਦੁਨੀਆ ਦੇ ਕੁਝ ਦੇਸ਼ ਸਾਨੂੰ ਆਸ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸੀ। ਕੁਝ ਇਹ ਦੇਖਣਾ ਚਾਹ ਰਹੇ ਸੀ ਕਿ ਜੋ ਦੇਸ਼ ਵਰ੍ਹਿਆਂ ਤੱਕ ਗੁਲਾਮੀ ਦੀਆਂ ਬੇੜੀਆਂ ਵਿੱਚ ਜਕੜਿਆ ਰਿਹਾ ਉਹ ਲੋਕਤਾਂਤਰਿਕ ਤਰੀਕੇ ਨੂੰ ਅਪਣਾਉਣ ਵੱਲ ਪਹਿਲਾ ਕਦਮ ਕਿਵੇਂ ਵਧਾ ਰਿਹਾ ਹੈ। ਸਹੀ ਕਿਹਾ ਭਾਰਤ ਤੁਸੀਂ। सत्यं भारत शिवं भारत भक्ति भारत शक्ति भारत रौनके बहारा गुलिस्तान भारत हर जन का कल्याण भारत। 1951-52 ਚ ਹੋਈਆਂ ਆਮ ਚੋਣਾਂ ਦੀ ਕਾਮਯਾਬੀ ਤੇ ਨਿਰਪੱਖ ਮਤਦਾਨ ਨਾਲ ਹੈਰਾਨ ਹੋ ਕੇ ਅਫਰੀਕਾ ਤੇ ਦੱਖਣੀ ਅਮਰੀਕਾ ਨੇ ਚੋਣਾਂ ਨਾਲ ਸੰਬੰਧਿਤ ਪੂਰੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਭਾਰਤ ਦੇ ਪਹਿਲੇ ਮੁੱਖ ਚੋਣ ਆਯੁਕਤ ਸ਼੍ਰੀ ਸੁਕੁਮਾਰ ਸੇਨ ਨੂੰ ਪੂਰਬ ਬ੍ਰਿਟਿਸ਼ ਉਪਨਿਵੇਸ਼ ਦੇਸ਼ ਸੁਡਾਨ ਵਿੱਚ ਚੋਣਾਂ ਕਰਾਉਣ ਲਈ ਇੱਕ ਅੰਤਰਰਾਸ਼ਟਰੀ ਕਮਿਸ਼ਨ ਦੀ ਪ੍ਰਧਾਨਗੀ ਵਾਸਤੇ ਵੀ ਨੋਮੀਨੇਟ ਕੀਤਾ ਗਿਆ ਸੀ। ਓਏ ਵਾਹ ਕੀ ਬਾਤ ਹੈ। ਸ਼੍ਰੀ ਸੇਨ ਨੇ ਅਫਰੀਕੀ ਅਰਬ ਰਾਸ਼ਟਰ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਭਾਰਤੀ ਚੁਣਾਵੀ ਕਾਨੂੰਨਾਂ ਤੇ ਪ੍ਰਕਿਰਿਆਵਾਂ ਨੂੰ ਉਹਨਾਂ ਦੇ ਮਾਹੌਲ ਮੁਤਾਬਕ ਢਾਲਿਆ ਤੇ 1954 ਚ ਸਿਰਫ 2% ਸਾਖਰਤਾ ਦਰ ਹੋਣ ਦੇ ਬਾਵਜੂਦ ਸੁਡਾਨ ਵਿੱਚ ਕਾਮਯਾਬ ਚੋਣਾਂ ਕਰਵਾਈਆਂ। ਬਈ ਭਾਰਤ ਭਾਰਤੀ ਅੱਜ ਕਿਹੜਾ ਟੌਪਿਕ ਡਿਸਕਸ ਹੋ ਰਿਹਾ ਹੈ? ਆਓ ਕਲਪਨਾ ਆ ਜਾਓ। ਸਾਡਾ ਅੱਜ ਦਾ ਟੌਪਿਕ ਹੈ ਇਲੈਕਸ਼ਨ ਪ੍ਰੋਸੈਸ ਵਿੱਚ ਭਾਰਤ ਦਾ ਇੰਟਰਨੈਸ਼ਨਲ ਕੋਆਪਰੇਸ਼ਨ ਜੋ ਕਿ ਵਾਕਈ ਕਾਬਲੇ ਤਾਰੀਫ ਹੈ। ਹਾਂ ਬਾਈ ਇਹ ਗੱਲ ਤਾਂ ਸੱਚੀ ਤੇ ਪੱਕੀ ਹੈ ਕਿ ਭਾਰਤ ਨੇ ਦੁਨੀਆ ਨੂੰ ਇਹ ਦੱਸ ਦਿੱਤਾ ਹੈ ਕਿ ਅਸੀਂ ਉਹ ਦੇਸ਼ ਹਾਂ ਜਿਹਦੇ ਹਾਲਾਤ ਭਾਵੇਂ ਕੋਈ ਵੀ ਹੋਣ ਲੋਕਤੰਤਰ ਨੂੰ ਸਥਾਪਿਤ ਕਰਨਾ ਸਾਨੂੰ ਆਉਂਦਾ ਹੈ। ਉਹਦਾ ਸਨਮਾਨ ਤੇ ਉਹਨੂੰ ਕਾਇਮ ਕਰਨਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਕਲਪਨਾ ਜੀ ਤੁਸੀਂ ਸਾਨੂੰ ਕੁਝ ਦੱਸੋ ਕਿ ਭਾਰਤ ਦੇ ਚੋਣ ਕਮਿਸ਼ਨ ਦਾ ਸੰਸਾਰ ਦੇ ਮੰਚ ਤੇ ਅੱਜ ਕੀ ਮੁਕਾਮ ਹੈ? ਭਾਰਤ ਦੁਨੀਆ ਵਿੱਚ ਸਾਡੇ ਚੋਣ ਕਮਿਸ਼ਨ ਦਾ ਇੱਕ ਵੱਖਰਾ ਹੀ ਦਬਦਬਾ ਹੈ। ਇਲੈਕਸ਼ਨ ਮੈਨੇਜਮੈਂਟ ਬਾਡੀਜ਼ ਯਾਨੀ EMB ਪੂਰੀ ਦੁਨੀਆ ਵਿੱਚ ਲੋਕਤਾਂਤਰਿਕ ਤਰੀਕੇ ਨਾਲ ਚੋਣਾਂ ਕਰਾਉਣ ਦੇ ਤੌਰ ਤਰੀਕਿਆਂ ਨੂੰ ਸਿਖਾਉਂਦੀ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਮਾਪਦੰਡ ਦਾ ਖਿਆਲ ਰੱਖਦੀ ਹੈ। ਪਤਾ ਹੈ ਭਾਰਤ ਸਾਡਾ ਚੋਣ ਕਮਿਸ਼ਨ ਇੰਟਰਨੈਸ਼ਨਲ ਇਲੈਕਸ਼ਨ ਵਿਜ਼ਿਟਰਸ ਪ੍ਰੋਗਰਾਮ 'ਚ ਵੱਧ ਚੜ ਕੇ ਹਿੱਸਾ ਲੈਂਦਾ ਹੈ ਤੇ ਹਮੇਸ਼ਾ ਚੋਣ ਪ੍ਰਕਿਰਿਆ ਨੂੰ ਹੋਰ ਵੀ ਜ਼ਿਆਦਾ ਆਸਾਨ ਤੇ ਨਿਰਪੱਖ ਬਣਾਉਣ ਤੇ ਨਵੀਆਂ ਤਕਨੀਕਾਂ ਤੇ ਇਸਤੇਮਾਲ ਨੂੰ ਅਪਣਾਉਣ ਤੇ ਜ਼ੋਰ ਦਿੰਦਾ ਆ ਰਿਹਾ ਹੈ। ਅੱਛਾ ਜੀ। ਕਲਪਨਾ ਮੈਨੂੰ ਯਾਦ ਹੈ ਕਿ 2014 ਦੀਆਂ ਆਮ ਚੋਣਾਂ ਦੇ ਵਕਤ ਭਾਰਤੀ ਚੋਣ ਕਮਿਸ਼ਨ ਨੇ EMB ਲਈ IEVP ਯਾਨੀ ਇੰਟਰਨੈਸ਼ਨਲ ਇਲੈਕਸ਼ਨ ਵਿਜ਼ਿਟਰਸ ਪ੍ਰੋਗਰਾਮ ਦਾ ਆਯੋਜਨ ਕੀਤਾ ਜੋ ਕਿ 2017 ਚ ਕੁਝ ਰਾਜਾਂ ਚ ਹੋਈਆਂ ਵਿਧਾਨ ਸਭਾ ਚੋਣਾਂ
ਮਈ 2019 'ਚ ਹੋਈਆਂ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਵੀ ਸਰਗਰਮ ਰਿਹਾ ਸੀ। ਇਸ IEVP ਪ੍ਰੋਗਰਾਮ 'ਚ ਵਿਦੇਸ਼ ਤੋਂ ਸੈਂਕੜੇ ਵਿਜ਼ਿਟਰਸ ਹਿੱਸਾ ਲੈਂਦੇ ਨੇ। ਇਹਦੇ ਨਾਲ ਦੇਸ਼ ਵਿਦੇਸ਼ 'ਚ ਸਾਡੇ ਦੇਸ਼ ਦੀ ਚੋਣ ਪ੍ਰਕਿਰਿਆ ਦੀ ਦ੍ਰਿੜਤਾ ਤੇ ਨਿਰਪੱਖਤਾ ਦਾ ਪਰਿਚੈ ਪੂਰੇ ਸੰਸਾਰ ਨੂੰ ਮਿਲਦਾ ਹੈ। ਤੇ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਕੋਵਿਡ-19 ਦੇ ਚੱਲਦਿਆਂ ਚੋਣਾਂ ਕਰਾਉਣ ਦਾ ਖਿਆਲ ਵੀ ਬਹੁਤ ਜੋਖਿਮ ਭਰਿਆ ਸੀ, ਪਰ ਚੋਣ ਕਮਿਸ਼ਨ ਦੇ ਮਜ਼ਬੂਤ ਇਰਾਦਿਆਂ ਨੇ ਤੇ ਚੁਸਤ ਦਰੁਸਤ ਕਾਰਜ ਸਮਰੱਥਾ ਨੇ ਨਾ ਸਿਰਫ ਚੋਣਾਂ ਹੋਈਆਂ, ਸਗੋਂ ਇੱਕ ਮਿਸਾਲ ਵੀ ਕਾਇਮ ਹੋਈ ਕਿ ਭਾਵੇਂ ਹਾਲਾਤ ਕਿਹੋ ਜਿਹੇ ਵੀ ਹੋਣ, ਉਹਨਾਂ ਨੂੰ ਸਹੀ ਸਟ੍ਰੈਟਜੀ ਨੂੰ ਅਪਣਾਉਂਦੇ ਹੋਏ ਜੇ ਕੀਤਾ ਜਾਏ ਤਾਂ ਕਾਮਯਾਬੀ ਕਦਮ ਚੁੰਮਦੀ ਏ। ਸਹੀ ਕਿਹਾ ਤੁਸੀਂ ਕਲਪਨਾ। ਤਾਂ ਹੀ ਤਾਂ ਕੋਵਿਡ ਵਿੱਚ ਸੁਰੱਖਿਅਤ ਚੋਣਾਂ ਦੀ ਕਾਮਯਾਬੀ ਦੇ ਮੱਦੇਨਜ਼ਰ 26 ਦੇਸ਼ਾਂ ਦੇ ਤਕਰੀਬਨ 100 ਮਾਣਯੋਗ ਮੈਂਬਰ ਵਰਚੁਅਲ ਤੌਰ ਤੇ ਕੰਡਕਟ ਕੀਤੇ ਗਏ 2 ਰੋਜ਼ਾ ਪ੍ਰੋਗਰਾਮ ਦਾ ਹਿੱਸਾ ਬਣੇ ਸੀ। वो देश की बात जहाँ भी पीछे ना हम मुड़े, एक ख्वाब लिए आंखों में बस आगे ही बढ़ना है, एक दूसरे के साथ है हम, कल के नए निर्माण को निकले हैं घर से आज हम, के साथ है हम, के साथ है हम। ਭਾਰਤੀ, ਅੱਜ ਆਪਣੇ ਚੁਣਾਵੀ ਚਾਚਾ ਜੀ ਕਿੱਥੇ ਰਹਿ ਗਏ? ਇਸ ਟੌਪਿਕ ਤੇ ਤਾਂ ਸਾਨੂੰ ਉਹਨਾਂ ਦੇ ਪਿਟਾਰੇ ਚੋਂ ਬਹੁਤ ਕੁਝ ਮਿਲ ਸਕਦਾ ਸੀ। ਹਾਂ ਭਾਰਤ, ਉਹਨਾਂ ਨੇ ਆਉਣਾ ਤੇ ਸੀ। ਅਸਲ 'ਚ ਉਹ ਨੇਪਾਲ ਗਏ ਹੋਏ ਸੀ। ਉੱਥੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੂੰ ਨੇਪਾਲ ਦੇ ਚੋਣ ਕਮਿਸ਼ਨਰ ਦੁਆਰਾ ਇੰਟਰਨੈਸ਼ਨਲ ਅਬਜ਼ਰਵਰ ਦੇ ਤੌਰ ਤੇ ਇਨਵਾਈਟ ਕੀਤਾ ਗਿਆ ਸੀ ਨੇਪਾਲ ਦੇ ਹਾਊਸ ਆਫ ਰਿਪਰੈਜ਼ੈਂਟੇਟਿਵ ਤੇ ਪ੍ਰੋਵਿਜ਼ਨਲ ਅਸੈਂਬਲੀ ਦੀਆਂ ਚੋਣਾਂ ਦੇ ਲਈ। ਵੈਸੇ ਤੇ ਚੁਣਾਵੀ ਚਾਚਾ ਦੀ ਨੇਪਾਲ ਤੋਂ ਸੁਦੇਸ਼ ਵਾਪਸੀ ਹੋ ਗਈ ਹੈ। ਹੁਣ ਤੱਕ ਤਾਂ ਮਤਦਾਤਾ ਜੰਕਸ਼ਨ ਤੇ ਉਹਨਾਂ ਨੂੰ ਆ ਜਾਣਾ ਚਾਹੀਦਾ ਸੀ। ਆਪਣੇ ਚੁਣਾਵੀ ਚਾਚਾ ਜੀ ਦਾ ਇਹ ਤਾਂ ਫੇਵਰਿਟ ਸਪੌਟ ਹੈ ਨਾ। ਆ ਲਓ ਬਈ, ਕਿੰਨੀ ਲੰਬੀ ਉਮਰ ਹੈ, ਹਾਲੇ ਨਾਮ ਹੀ ਲਿਆ ਸੀ, ਚਾਚਾ ਜੀ ਹਾਜ਼ਰ ਹੋ ਗਏ। ਨਮਸਕਾਰ ਚਾਚਾ ਜੀ। ਓ ਨਮਸਕਾਰ, ਸਾਰਿਆਂ ਨੂੰ ਨਮਸਕਾਰ ਜੀ। ਵੈਸੇ ਬਈ ਭਾਰਤ, ਕੀ ਕਹਿ ਰਿਹਾ ਸੀ ਬਰਖੁਰਦਾਰ? ਮੈਂ ਕੀ ਕਹਿਣਾ ਚਾਚਾ ਜੀ, ਆਓ ਤੁਹਾਡੇ ਬਾਰੇ ਹੀ ਬਸ ਗੱਲ ਕਰ ਰਹੇ ਸੀ। ਭਾਰਤੀ ਨੇ ਦੱਸਿਆ ਕਿ ਤੁਸੀਂ ਨੇਪਾਲ ਗਏ ਹੋਏ ਸੀ। ਬਈ ਬਿਲਕੁਲ ਗਿਆ ਹੋਇਆ ਸੀ। ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ ਡੈਮੋਕ੍ਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਨੇ ਚੋਣ ਮੈਨੇਜਮੈਂਟ ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਬਸ ਇਸੇ ਸਿਲਸਿਲੇ 'ਚ ਜੀ ਮੈਨੂੰ ਵੀ ਸੱਦਾ ਮਿਲਿਆ ਸੀਗਾ। ਪਰ ਬੱਚਿਓ, ਤੁਹਾਨੂੰ ਇਹ ਦੱਸ ਦਿਆਂ ਕਿ IIIDEM ਯਾਨੀ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ ਡੈਮੋਕ੍ਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਨੇ ਹੁਣ ਤੱਕ 109 ਦੇਸ਼ਾਂ ਦੇ 2200 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਹੈ, ਜਿਨ੍ਹਾਂ 'ਚੋਂ 70 ਅਧਿਕਾਰੀ ਤਾਂ ਸਾਡੇ ਗੁਆਂਢੀ ਮੁਲਕ ਨੇਪਾਲ ਦੇ ਹੀ ਨੇ। ਚਾਚਾ ਜੀ, ਇਹ ਦੱਸੋ ਕਿ ਇਸ ਤਰ੍ਹਾਂ ਦਾ ਹੁਣੇ ਹਾਲ ਵਿੱਚ ਵੀ ਕੋਈ ਹੋਰ ਵੀ ਪ੍ਰੋਗਰਾਮ ਹੋਇਆ? ਹਾਂ ਭਾਰਤੀ ਬੇਟੇ, ਐਸੇ ਕਈ ਪ੍ਰੋਗਰਾਮ ਸਮੇਂ-ਸਮੇਂ ਤੇ ਆਯੋਜਿਤ ਕੀਤੇ ਜਾਂਦੇ ਆ। ਇਹਨਾਂ ਐਕਸਚੇਂਜ ਪ੍ਰੋਗਰਾਮ ਦੇ ਜ਼ਰੀਏ ਇੱਕ ਦੂਜੇ ਨੂੰ ਜਾਣਨ ਤੇ ਸਿੱਖਣ ਸਿਖਾਉਣ ਦਾ ਮੌਕਾ ਮਿਲਦਾ। ਹਾਲੇ ਕੁਝ ਦਿਨ ਪਹਿਲਾਂ ਹੀ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ ਯਾਨੀ ICCR ਦੇ ਪ੍ਰੋਗਰਾਮ ਜਨਰੇਸ਼ਨ ਨੈਕਸਟ ਡੈਮੋਕ੍ਰੇਸੀ ਨੈਟਵਰਕ ਦੇ ਤਹਿਤ ਤਕਰੀਬਨ 38 ਦੇਸ਼ ਵਿਦੇਸ਼ ਦੇ ਬੱਚਿਆਂ ਨੇ ਭਾਰਤੀ ਚੋਣ ਕਮਿਸ਼ਨ ਦਾ ਦੌਰਾ ਕੀਤਾ ਤੇ ਮਤਦਾਨ ਦੀ ਤਾਕਤ ਨੂੰ ਸਮਝਿਆ। ਚਾਚਾ ਜੀ, ਮੈਨੂੰ ਯਾਦ ਹੈ ਕੁਝ ਦਿਨ ਪਹਿਲਾਂ ਹੀ ਫ੍ਰੈਂਚ ਪਾਰਲੀਮੈਂਟ ਕਮੇਟੀ ਨੇ ਮਿਸਟਰ ਜੀਨ ਲੂਇਸ ਬੋਰਲੇ ਦੀ ਅਗਵਾਈ ਵਿੱਚ ਨਿਰਵਾਚਨ ਸਦਨ ਦਾ ਦੌਰਾ ਕੀਤਾ ਸੀ, ਜਿਸ ਦੀ ਅਗਵਾਨੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਕੀਤੀ ਸੀ। ਬਿਲਕੁਲ ਠੀਕ ਕਿਹਾ ਕਲਪਨਾ, ਤੇਰੀਆਂ ਨਜ਼ਰਾਂ ਤੋਂ ਕੋਈ ਖਬਰ ਬਚ ਨਹੀਂ ਹੋ ਸਕਦੀ। ਹਰ ਚੀਜ਼ ਤੇ ਨਜ਼ਰ ਰੱਖਦੀ ਮੇਰੀ ਬੇਟੀ। ਕੀ ਕਰਾਂ ਚਾਚਾ ਜੀ, ਜੇ ਇਦਾਂ ਨਾ ਕਰਾਂ ਤੇ ਇਹ ਭਾਰਤ ਤੇ ਭਾਰਤੀ ਪਤਾ ਨਹੀਂ ਕੈਸੇ ਸਵਾਲ ਪੁੱਛ ਕੇ ਇੱਕਦਮ ਕਲੀਨ ਬੋਰਡ ਕਰ ਦੇਣ। ਕਲਪਨਾ ਜੀ, ਇਹ ਜੰਕਸ਼ਨ ਸਿਰਫ ਸਾਡਾ ਤੇ ਤੁਹਾਡਾ ਨਹੀਂ, ਸਗੋਂ ਸਾਡੇ ਲੱਖਾਂ ਲਿਸਨਰਸ ਦਾ ਵੀ ਹੈ ਤੇ ਸਵਾਲ ਵੀ ਉਹਨਾਂ ਦੇ ਹੀ ਹੁੰਦੇ ਨੇ। ਅਸੀਂ ਤੇ ਸਿਰਫ ਉਹਨਾਂ ਦੀ ਜਿਗਿਆਸਾ ਨੂੰ ਤੁਹਾਡੇ ਸਾਹਮਣੇ ਰੱਖਦੇ ਹਾਂ। ਭਾਰਤੀ, ਮੈਂ ਤੁਹਾਡੀ ਗੱਲ ਨਾਲ ਥੋੜਾ ਸਹਿਮਤ ਹਾਂ। ਸਰੋਤਿਆਂ ਦੇ ਨਾਲ ਮੇਰੇ ਸਵਾਲ ਵੀ ਤਾਂ ਹੁੰਦੇ ਨੇ ਨਾ, ਤੇ ਜਿਗਿਆਸਾ ਵੀ। ਕਿਉਂ? ਸਹੀ ਕਿਹਾ। ਦੇਖੋ ਬਈ, ਤੁਸੀਂ ਤਾਂ ਸਾਡੇ ਸਾਹਮਣੇ ਹੀ ਹੁੰਦੇ ਹੋ, ਸਾਨੂੰ ਸਵਾਲ ਵੀ ਕਰ ਸਕਦੇ ਹੋ ਤੇ ਗੱਲ ਵੀ। ਪਰ ਸਾਡੇ ਸਰੋਤੇ ਤਾਂ ਇਹੋ ਹੀ ਉਮੀਦ ਕਰਦੇ ਨੇ ਕਿ ਉਹਨਾਂ ਦੇ ਮਨ ਦੀ ਜਿਗਿਆਸਾ ਨੂੰ ਸਮਝ ਕੇ ਅਸੀਂ ਉਹਨਾਂ ਦਾ ਹੱਲ ਕਰ ਦਈਏ।
ਇਹਦਾ ਮਤਲਬ ਤੁਹਾਡੇ ਪਿਟਾਰੇ ਚੋਂ ਇੱਕ ਹੋਰ ਜਾਣਕਾਰੀ ਨਿਕਲਣ ਵਾਲੀ ਹੈ ਕਿਉਂ ਚਾਚਾ ਜੀ? ਸਹੀ ਸਮਝਿਆ ਤੁਸੀਂ। ਧਿਆਨ ਨਾਲ ਸੁਣੋ। ਭਾਰਤ ਚੋਣ ਕਮਿਸ਼ਨ ਸੰਸਾਰ ਦੇ ਇਲੈਕਸ਼ਨ ਮੈਨੇਜਮੈਂਟ ਬਾਡੀਜ਼ ਯਾਨੀ EMBs ਨਾਲ ਮਿਲ ਕੇ ਮੋਹਰਲੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਸਾਲ 2020 ਵਿੱਚ ਭਾਰਤ ਨੇ ਫੈਮਬੋਸਾ ਯਾਨੀ ਫੈਡਰੇਸ਼ਨ ਆਫ ਇਲੈਕਸ਼ਨ ਮੈਨੇਜਮੈਂਟ ਬਾਡੀਜ਼ ਆਫ ਸਾਊਥ ਏਸ਼ੀਆ ਦੀ ਪ੍ਰਧਾਨਗੀ ਵੀ ਕੀਤੀ ਹੈ। ਅੱਛਾ ਜੀ, ਕੀ ਬਾਤ ਹੈ। ਹੋ ਬਈ ਇੰਨਾ ਹੀ ਨਹੀਂ, ਹੋਰ ਸੁਣੋ। 2019 ਤੋਂ 2022 ਤੱਕ ਭਾਰਤ ਨੇ AWEB ਯਾਨੀ ਐਸੋਸੀਏਸ਼ਨ ਆਫ ਵਰਲਡ ਇਲੈਕਸ਼ਨ ਮੈਨੇਜਮੈਂਟ ਬਾਡੀਜ਼ ਦੀ ਪ੍ਰਧਾਨਗੀ ਨੂੰ ਕਾਮਯਾਬੀ ਨਾਲ ਨਿਭਾਇਆ ਤੇ ਹੁਣ AAEA ਯਾਨੀ ਐਸੋਸੀਏਸ਼ਨ ਆਫ ਏਸ਼ੀਅਨ ਇਲੈਕਸ਼ਨ ਅਥਾਰਟੀਜ਼ ਦੀ ਪ੍ਰਧਾਨਗੀ ਭਾਰਤ ਦੇ ਕੋਲ ਹੈ ਨਾ ਮਾਣ ਵਾਲੀ ਗੱਲ? ਬਿਲਕੁਲ, ਇਹਦੇ 'ਚ ਕੀ ਸ਼ੱਕ ਹੈ। सत्यं भारत शिवं भारत भक्ति भारत शक्ति भारत रौनके बहारा गुलिस्तान भारत हर जन का कल्याण भारत। ਤੇ ਸਰੋਤਿਓ, ਹੁਣ ਵਕਤ ਹੋ ਗਿਆ ਹੈ ਉਸ ਗੱਲ ਦਾ ਜਿਸ ਦਾ ਸਾਰਿਆਂ ਨੂੰ ਰਹਿੰਦਾ ਹੈ ਬੇਸਬਰੀ ਦੇ ਨਾਲ ਇੰਤਜ਼ਾਰ। ਯਾਨੀ ਸਵਾਲ ਜਵਾਬ ਦਾ, ਹੈ ਨਾ? ਜੀ ਚਾਚਾ ਜੀ, ਸਹੀ ਸਮਝਿਓ। ਤਾਂ ਭਾਰਤੀ, ਹੁਣ ਅਸੀਂ ਦੱਸਦੇ ਹਾਂ ਪਿਛਲੇ ਹਫਤੇ ਪੁੱਛਿਆ ਗਿਆ ਸਵਾਲ ਤੇ ਜੇਤੂ ਸਰੋਤੇ ਦਾ ਨਾਮ। ਸਵਾਲ ਸੀ, ਭਾਰਤ ਚੋਣ ਕਮਿਸ਼ਨ ਦੀ ਇੱਕਮਾਤਰ ਮਹਿਲਾ ਰਾਸ਼ਟਰੀ ਆਈਕਨ ਯਾਨੀ ਫੀਮੇਲ ਨੈਸ਼ਨਲ ਆਈਕਨ ਹੋਣ ਦਾ ਮਾਣ ਕਿਸ ਨੂੰ ਹਾਸਿਲ ਹੈ? ਬਈ ਭਾਰਤ, ਮੈਂ ਦੇਖ ਰਹੀ ਹਾਂ ਕਿ ਇਸ ਸਵਾਲ ਦੇ ਜਵਾਬ ਵਿੱਚ ਸਾਡੇ ਪ੍ਰੋਗਰਾਮ ਦੇ WhatsApp ਨੰਬਰ ਤੇ ਜਵਾਬਾਂ ਦਾ ਤੇ ਹੜ ਹੀ ਆ ਗਿਆ ਹੈ। ਤੇ ਇਹ ਸਿਲਸਿਲਾ ਹਰ ਐਪੀਸੋਡ ਤੋਂ ਬਾਅਦ ਹੁੰਦਾ ਹੈ। ਵਾਹ, ਕੀ ਬਾਤ ਹੈ। ਤਾਂ ਹੁਣ ਜਲਦੀ ਦੱਸੋ ਸਹੀ ਜਵਾਬ ਤੇ ਜੇਤੂ ਦਾ ਨਾਂ। ਤਾਂ ਪਹਿਲਾਂ ਦੱਸ ਦਈਏ ਸਹੀ ਜਵਾਬ। ਤੇ ਸਹੀ ਜਵਾਬ ਹੈ ਡਾਕਟਰ ਨੀਰੂ ਕੁਮਾਰ। ਤੇ ਹੁਣ ਜੇਤੂ ਦਾ ਨਾਮ, ਜਿਨ੍ਹਾਂ ਨੇ ਪਿਛਲੇ ਹਫਤੇ ਪੁੱਛੇ ਗਏ ਸਵਾਲ ਦਾ ਸਹੀ ਜਵਾਬ ਦਿੱਤਾ ਹੈ, ਉਹ ਨੇ ਮਹਾਰਾਸ਼ਟਰ ਦੇ ਕੋਲਾਪੁਰ ਜ਼ਿਲ੍ਹੇ ਦੇ ਪਿੰਡ ਟਾਕਾਵੜੇ ਦੇ ਰਹਿਣ ਵਾਲੇ ਪ੍ਰਦੀਪ ਤੁਕਾਰਾਮ ਖੋਟ। ਤੁਹਾਨੂੰ ਬਹੁਤ-ਬਹੁਤ ਵਧਾਈ। ਤੇ ਹੁਣ ਵਾਰੀ ਹੈ ਇਸ ਵਾਰ ਦੇ ਸਵਾਲ ਦੀ। ਤੇ ਇਸ ਵਾਰ ਦਾ ਸਵਾਲ ਹੈ IEVP ਦਾ ਫੁੱਲ ਫਾਰਮ ਯਾਨੀ ਪੂਰਾ ਨਾਮ ਕੀ ਹੈ? ਤੁਹਾਡੀ ਸਹੂਲਤ ਲਈ ਸਵਾਲ ਦੁਹਰਾ ਦਿੰਨੀ ਆ। ਤੁਸੀਂ ਦੱਸਣਾ ਹੈ ਕਿ IEVP ਦਾ ਫੁੱਲ ਫਾਰਮ ਯਾਨੀ ਪੂਰਾ ਨਾਮ ਕੀ ਹੈ। ਤੁਸੀਂ ਆਪਣੇ ਜਵਾਬ ਭੇਜ ਸਕਦੇ ਹੋ ਸਾਡੇ WhatsApp ਨੰਬਰ ਤੇ। ਸਾਡਾ ਨੰਬਰ ਹੈ 9999031950। ਜਿੱਤਣ ਵਾਲੇ ਨੂੰ ਮਿਲੇਗਾ ਖਾਸ ਇਨਾਮ ਭਾਰਤ ਚੋਣ ਕਮਿਸ਼ਨ ਵੱਲੋਂ। ਭਾਰਤ, ਹੁਣ ਵਕਤ ਹੈ ਸਾਡੇ ਲਿਸਨਰਸ ਦੀ ਕ੍ਰੀਏਟੀਵਿਟੀ ਨੂੰ ਜਗ੍ਹਾ ਦੇਣ ਦਾ। ਆਓ ਸੁਣਦੇ ਹਾਂ ਇਹ ਰਿਕਾर्डिंग। नमस्कार, मेरा नाम प्रोफेसर यशपाल शर्मा है और मैं जम्मू विश्वविद्यालय में कार्यरत हूँ। मतदाता जंक्शन जैसे कार्यक्रम भारत के जो निर्वाचन आयोग, प्रसार भारती और आकाशवाणी ने स्टार्ट किए हैं जनता के लिए। एक मतदाता जागरूकता अभियान छेड़ा है जो समय समय पर मतदाताओं को जानकारी दी जाती है। ये एक बहुत ही सराहनीय कदम है। आज का हमारा वोटर जागरूक है और सक्षम है एक अच्छे नेतृत्व के चुनाव के लिए। बहुत बहुत धन्यवाद। ਤਾਂ ਹੁਣ ਸਾਨੂੰ ਦਿਓ ਇਜਾਜ਼ਤ ਤੁਹਾਡੇ ਕੋਲੋਂ ਵਿਦਾ ਲੈਣ ਦੀ। ਅਸੀਂ ਮਿਲਾਂਗੇ ਅਗਲੀ ਵਾਰ ਇੱਕ ਨਵੇਂ ਇੰਟਰਸਟਿੰਗ ਟੌਪਿਕ ਦੇ ਨਾਲ, ਜਿਹਦੇ ਵਿੱਚ ਹੋਏਗਾ ਗਿਆਨ ਵੀ ਤੇ ਦੇਸ਼ ਦੇ ਮਨ ਦੀ ਗੱਲ ਵੀ। ਤਾਂ ਫਿਰ ਬਣੇ ਰਹਿਣਾ ਸਾਡੇ ਨਾਲ ਇਸੇ ਵਕਤ ਇਸੇ ਰੋਜ਼। ਤੁਹਾਨੂੰ ਸਾਰਿਆਂ ਨੂੰ ਮਤਦਾਤਾ ਜੰਕਸ਼ਨ ਦੀ ਪੂਰੀ ਟੀਮ ਵੱਲੋਂ ਨਮਸਕਾਰ। जद जुड़न लोकां नाल लोक वोटां नाल वोट बने तद लोकतंत्र दा सिस्टम मतदाता जुड़दे जान बने तद ऐसा नवा कनेक्शन मतदाता जंक्शन